हेलो स्टूडेंट्स, मैं राजप्रीत कौर कोपा इंस्ट्रक्टर इन बाबा फरीद ITI कोशमीर। सो स्टूडेंट्स, अज दी वीडियो का अपना टॉपिक की है BBA डिसीजन और कंडीशनल स्टेटमेंट एंड लूप इन BBA। फस्ट गल करते हैं आपां डिसीजन बारे। डिसीजन मेकिंग allows the programmer to control the execution flow of a script or one of its section। डिसीजन मेकिंग मीनस की हुंदा है फैसला लेना। प्रोग्रामर नूं स्क्रिप्ट जां इसदे किसी एक भाग दे ਚੱਲਣ ਦੇ प्रवाह नूं नियंत्रण करन दी आग्या दिंदा है। The execution is governed by one or more conditional statement। ਐਗਜ਼ੀਕਿਊਸ਼ਨ ਹੈ ਜੋ ਇੱਕ ਜਾਂ ਵਧੇਰੇ ਸ਼ਰਤਾਂ ਦੇ ਬਿਆਨਾਂ ਦੁਆਰਾ ਨਿਯੰਤਰ ਕੀਤੀ ਜਾਂਦੀ ਹੈ। ਫੋਲੋਇੰਗ ਦਾ ਜਰਨਲ ਫਾਰਮ ਆਫ ਏ ਟੋਪਿਕਲੀ ਡਿਸੀਜ਼ਨ ਮੇਕਿੰਗ ਸਟਰਕਚਰ ਫਾਊਂਡ ਇਨ ਮੋਸਟ ਆਫ ਦਾ ਪ੍ਰੋਗਰਾਮਿੰਗ ਲੈਂਗੁਏਜ। ਹੇਠ ਲਿਖੀਆਂ ਬਹੁਤੀਆਂ ਪ੍ਰੋਗਰਾਮਿੰਗ ਭਾਸ਼ਾ ਵਿੱਚ ਪਾਇਆ ਜਾਣ ਵਾਲਾ ਆਮ ਜੋ ਡਿਸੀਜ਼ਨ ਮੇਕਿੰਗ ਹੈ ਦਾ ਸਟਰਕਚਰ ਦਾ ਆਮ ਰੂਪ ਹੈ। BBA ਵਿੱਚ ਹੇਠ ਲਿਖੇ ਡਿਸੀਜ਼ਨ ਮੇਕਿੰਗ ਸਟੇਟਮੈਂਟ ਕਿਸਮਾਂ ਪ੍ਰੋਵਾਈਡ ਕਰਵਾਉਂਦਾ ਗਾ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਅਸੀਂ BBA ਵਿੱਚ ਕੋਈ ਕੰਡੀਸ਼ਨਲ ਲਗਾਉਂਦੇ ਹਾਂ ਅਤੇ ਉਸ ਕੰਡੀਸ਼ਨ ਬੇਸ 'ਤੇ ਕੋਈ ਡਿਸੀਜ਼ਨ ਲੈਂਦੇ ਹਾਂ ਤਾਂ ਉਸ ਨੂੰ ਕੰਡੀਸ਼ਨਲ ਸਟੇਟਮੈਂਟ ਜਾਂ ਡਿਸੀਜ਼ਨ ਮੇਕਿੰਗ ਕਿਹਾ ਜਾਂਦਾ। ਇਸ ਵਿੱਚ ਅਸੀਂ 5 ਚੀਜ਼ਾਂ ਦਾ ਅਧਿਐਨ ਕਰਦੇ ਹਾਂ। ਫਸਟ ਹੁੰਦਾ ਇਫ ਸਟੇਟਮੈਂਟ, ਸੈਕਿੰਡ ਇਫ ਐਲਸ ਸਟੇਟਮੈਂਟ, ਥਰਡ ਕੀ ਹੈ ਇਫ ਐਲਸ ਸਟੇਟਮੈਂਟ, ਫੋਰਥ ਨੈਸਟਡ ਇਫ ਸਟੇਟਮੈਂਟ ਅਤੇ ਲਾਸਟ ਕਿਹੜਾ ਹੁੰਦਾ ਆਪਣਾ ਸਵਿਚ ਸਟੇਟਮੈਂਟ। ਫਸਟ ਆਪਾਂ ਗੱਲ ਕਰਦੇ ਹਾਂ ਇਫ ਸਟੇਟਮੈਂਟ ਬਾਰੇ। ਐਨ ਇਫ ਸਟੇਟਮੈਂਟ ਕੰਸਿਸਟਸ ਆਫ ਏ ਵੂਲਨ ਐਕਸਪ੍ਰੈਸ਼ਨ ਫਾਲੋਵਰਡ ਬਾਈ ਵਨ ਔਰ ਮੋਰ ਸਟੇਟਮੈਂਟ। ਇਫ ਦਾ ਮਤਲਬ ਕੀ ਹੁੰਦਾ ਹੈ ਜੇ ਮੀਨਜ਼ ਜੇਕਰ ਤੁਹਾਡੀ ਇੱਕ ਵੀ ਕੰਡੀਸ਼ਨ ਫੁੱਲਫਿਲ ਹੁੰਦੀ ਹੈ ਤਾਂ ਉਸ ਕੰਡੀਸ਼ਨ ਦੇ ਅੰਦਰ ਜੋ ਵੀ ਸਟੇਟਮੈਂਟ ਹੁੰਦੀ ਹੈ ਉਹ ਰਨ ਹੋਵੇਗੀ। ਜੋ ਇਫ ਕੰਡੀਸ਼ਨ ਹੈ ਰਨ ਉਦੋਂ ਹੋਵੇਗੀ ਜਦੋਂ ਜੋ ਕੰਡੀਸ਼ਨ ਦੇ ਅੰਦਰ ਵੂਲਨ ਐਕਸਪ੍ਰੈਸ਼ਨ ਹੈ ਉਹ ਟਰੂ ਹੈ, ਨਹੀਂ ਤਾਂ ਰਨ ਨਹੀਂ ਹੋਵੇਗਾ, ਜੋ ਲੂਪ ਦੇ ਬਾਹਰ ਹੀ ਰਨ ਹੋਵੇਗਾ। ਸੈਕਿੰਡ ਆ ਜਾਂਦੀ ਹੈ ਇਫ ਐਲਸ ਸਟੇਟਮੈਂਟ। ਇਸ ਵਿੱਚ ਕੀ ਹੁੰਦਾ ਹੈ ਇੱਕ ਜਾਂ ਇੱਕ ਤੋਂ ਜ਼ਿਆਦਾ ਸਟੇਟਮੈਂਟ ਵੂਲਨ ਐਕਸਪ੍ਰੈਸ਼ਨ ਨੂੰ ਸ਼ਾਮਲ ਕਰਦੀ ਹੈ। ਜੇਕਰ ਤੁਹਾਡੀ ਕੰਡੀਸ਼ਨ ਟਰੂ ਹੋਵੇਗੀ ਤਾਂ ਜੋ ਤੁਹਾਡਾ ਇਫ ਦੇ ਅੰਦਰ ਸਟੇਟਮੈਂਟ ਹੈ ਉਹ ਰਨ ਹੋਵੇਗੀ, ਅਤੇ ਜੇਕਰ ਤੁਹਾਡੀ ਜੋ ਕੰਡੀਸ਼ਨ ਆ ਉਹ ਫਾਲਸ ਹੋਵੇਗੀ ਤਾਂ ਐਲਸ ਦੇ ਅੰਦਰ ਜੋ ਸਟੇਟਮੈਂਟ ਹੈ ਉਹ ਐਗਜ਼ੀਕਿਊਟ ਹੋਵੇਗੀ। ਮੰਨ ਲਓ ਅਸੀਂ ਦੋ ਵੈਰੀਏਬਲ ਲੈਤੇ ਹੈ ਐਕਸ ਐਂਡ ਵਾਈ। ਐਕਸ ਦੀ ਵੈਲਿਊ ਕਿੰਨੀ ਦੇਤੀ 234 ਅਤੇ ਵਾਈ ਦੀ ਕਿੰਨੀ ਦੇਤੀ 324। ਤਾਂ ਐਕਸ ਇਜ਼ ਗ੍ਰੇਟਰ ਦੈਨ ਵਾਈ ਜਾਂ ਕੀ ਹੋਊਗਾ ਵਾਈ ਇਜ਼ ਗ੍ਰੇਟਰ ਦੈਨ ਐਕਸ। ਜੇਕਰ ਅਸੀਂ ਕੰਡੀਸ਼ਨ ਐਕਸ ਗ੍ਰੇਟਰ ਦੈਨ ਵਾਈ ਲਾਵਾਂਗੇ ਤਾਂ ਇਫ ਵਾਲੀ ਜੋ ਸਟੇਟਮੈਂਟ ਆ ਉਹ ਰਨ ਹੋਵੇਗੀ। ਜੇਕਰ ਅਸੀਂ ਇਹ ਕੰਡੀਸ਼ਨ ਫਾਲਸ ਹੈ ਐਕਸ ਲੈਸ ਦੈਨ ਵਾਈ ਕਰਦੇ ਹਾਂ ਤਾਂ ਜੋ ਵਾਈ ਇਜ਼ ਗ੍ਰੇਟਰ ਦੈਨ ਐਕਸ ਹੈ ਉਹ ਵਾਲੀ ਸਟੇਟਮੈਂਟ ਮੀਨਸ ਐਲਸ ਵਾਲੀ ਸਟੇਟਮੈਂਟ ਰਨ ਹੋਵੇਗੀ। ਥਰਡ ਆ ਜਾਂਦਾ ਇਫ ਐਲਸ ਸਟੇਟਮੈਂਟ। ਇਸ ਵਿੱਚ ਕੀ ਹੁੰਦਾ ਹੈ ਇੱਕ ਜਾਂ ਇੱਕ ਤੋਂ ਜ਼ਿਆਦਾ ਐਲਸ ਇਫ ਸਟੇਟਮੈਂਟ ਹੋਵੇਗਾ। ਜੇਕਰ ਇਫ ਜਾਂ ਐਲਸ ਇਫ ਦੀ ਕੰਡੀਸ਼ਨ ਟਰੂ ਨਹੀਂ ਹੁੰਦੀ ਤਦ ਕੀ ਹੈ ਲਾਸਟ 'ਤੇ ਜੋ ਐਲਸ ਦੀ ਸਟੇਟਮੈਂਟ ਹੈ ਉਹ ਐਗਜ਼ੀਕਿਊਟ ਹੋਵੇਗੀ। ਨੈਕਸਟ ਆ ਜਾਂਦਾ ਹੈ ਨੈਸਟਡ ਇਫ। ਮੀਨਸ ਕੀ ਹੁੰਦਾ ਹੈ ਇੱਕ ਇਫ ਦੇ ਅੰਦਰ ਜਾਂ ਐਲਸ ਦੇ ਅੰਦਰ ਬਹੁਤ ਸਾਰੇ ਇਫ ਜਾਂ ਐਲਸ ਹੋ ਸਕਦੇ ਆ। ਮੀਨਸ ਕਿ ਇੱਕ ਇਫ ਐਲਸ ਦੇ ਅੰਦਰ ਹੋਰ ਇਫ ਐਲਸ ਹੋ ਸਕਦੇ ਆ, ਉਸ ਨੂੰ ਕੀ ਕਹਿੰਦੇ ਆ ਨੈਸਟਡ ਕਹਿੰਦੇ ਆ। ਜੇਕਰ ਕੋਈ ਪ੍ਰੋਗਰਾਮ ਗੁੰਝਲਦਾਰ ਹੈ ਤਾਂ ਉਸ ਨੂੰ ਤੁਸੀਂ ਨੈਸਟਡ ਨਾਲ ਸੌਖਾ ਬਣਾ ਸਕਦੇ ਹੋ। ਲਾਸਟ 'ਤੇ ਕੀ ਆ ਜਾਂਦਾ ਆਪਣਾ ਸਵਿਚ ਸਟੇਟਮੈਂਟ। ਇਸ ਵਿੱਚ ਕੀ ਹੁੰਦਾ ਹੈ ਕਿ ਹਰੇਕ ਵੈਰੀਏਬਲ ਲਿਸਟ ਆਫ ਵੈਲਿਊ ਨਾਲ ਮੈਚ ਕਰਦਾ। ਜੋ ਕੇਸ ਮੈਚ ਹੋ ਜਾਂਦਾ ਹੈ ਵੈਰੀਏਬਲ ਨਾਲ ਉਹ ਕੇਸ ਐਗਜ਼ੀਕਿਊਟ ਹੁੰਦਾ।
ਮੀਨਸ ਕੀ ਹੈ, ਇਸ ਵਿੱਚ ਨੰਬਰ ਆਫ ਕੇਸ ਹੁੰਦੇ ਆ, ਅਤੇ ਜੋ ਵੈਰੀਏਬਲ ਦੀ ਵੈਲਿਊ ਹੁੰਦੀ ਹੈ ਉਹ ਕੇਸਿਸ ਨਾਲ ਮੈਚ ਹੁੰਦੀ ਹੈ। ਜਿਵੇਂ ਪਹਿਲਾਂ ਫਸਟ ਕੇਸ ਨਾਲ ਮੈਚ ਹੋਈ, ਫਿਰ ਸੈਕਿੰਡ ਨਾਲ, ਥਰਡ ਨਾਲ। ਜੇਕਰ ਕਿਸੇ ਵੀ ਕੇਸ ਨਾਲ ਮੈਚ ਨਹੀਂ ਹੁੰਦਾ ਤਾਂ ਐਲਸ ਕੇਸ ਵਿੱਚ ਆ ਜਾਂਦਾ ਅਤੇ ਉਸ ਦੇ ਅੰਦਰ ਦੀ ਜੋ ਸਟੇਟਮੈਂਟ ਹੈ ਉਸ ਨੂੰ ਐਗਜ਼ੀਕਿਊਟ ਕਰ ਦਿੰਦਾ। ਇਹ ਤਾਂ ਸੀ ਆਪਣੀਆਂ ਕੰਡੀਸ਼ਨਲ ਸਟੇਟਮੈਂਟ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਲੂਪ ਇਨ BVA, ਕਿ BVA ਵਿੱਚ ਲੂਪ ਕੀ ਹੁੰਦਾ। There may be a situation when you need to execute a block of code several number of times. In general, statements are executed sequentially. ਲੂਪ ਅਜਿਹੀ ਸਥਿਤੀ ਹੋ ਸਕਦੀ ਹੈ ਜਦੋਂ ਤੁਹਾਨੂੰ ਕਈ ਵਾਰ ਕੋਡ ਦੇ ਬਲਾਕ ਨੂੰ ਚਲਾਉਣ ਦੀ ਜ਼ਰੂਰਤ ਹੁੰਦੀ ਹੈ। ਆਮ ਤੌਰ 'ਤੇ ਜੋ ਸਟੇਟਮੈਂਟ ਹੈ ਉਹਨਾਂ ਨੂੰ ਕ੍ਰਮਵਾਰ ਚਲਾਇਆ ਜਾਂਦਾ ਹੈ। The first statement in a function is execute first, followed by the second and so on. ਇੱਕ ਫੰਕਸ਼ਨ ਵਿੱਚ ਪਹਿਲਾ ਸਟੇਟਮੈਂਟ ਚਲਾਇਆ ਜਾਂਦਾ ਹੈ, ਉਸ ਦੇ ਬਾਅਦ ਦੂਜਾ, ਅਤੇ ਇਸ ਤਰ੍ਹਾਂ ਹੀ ਹੋਰ। Programming languages provide various control structure that allow for more complicated execution paths. ਜੋ ਪ੍ਰੋਗਰਾਮਿੰਗ ਲੈਂਗੁਏਜ ਹੈ ਉਹ ਕਈ ਤਰ੍ਹਾਂ ਦੇ ਜੋ ਨਿਯੰਤਰ ਹੈ, ਸਟਰਕਚਰਸ ਹੈ ਜੋ ਪ੍ਰਦਾਨ ਕਰਦੀ ਹੈ, ਜੋ ਵਧੇਰੇ ਗੁੰਝਲਦਾਰ ਚੱਲਣ ਮਾਰਗਾਂ ਲਈ ਆਗਿਆ ਦਿੰਦੀ ਹੈ। A loop statement allows us to execute a statement or group of statements multiple times. Following is the general form of a loop statement in BVA. ਇੱਕ ਲੂਪ ਸਟੇਟਮੈਂਟ ਸਾਨੂੰ ਸਟੇਟਮੈਂਟ ਜਾਂ ਸਟੇਟਮੈਂਟਾਂ ਦੇ ਸਮੂਹ ਨੂੰ ਕਈ ਵਾਰ ਚਲਾਉਣ ਦੀ ਆਗਿਆ ਦਿੰਦੀ ਹੈ। ਲੂਪਿੰਗ ਜ਼ਰੂਰਤਾਂ ਨੂੰ ਸੰਭਾਲਣ ਲਈ BVA ਹੇਠ ਲਿਖੀਆਂ ਕਿਸਮਾਂ ਦੇ ਲੂਪ ਪ੍ਰਦਾਨ ਕਰਦਾ ਹੈ, ਅਤੇ ਉਹਨਾਂ ਦੇ ਵੇਰਵਿਆਂ ਦੀ ਜਾਂਚ ਕਰਨ ਦੇ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ। ਫਸਟ ਕੀ ਹੈ, ਲੂਪ ਦੀ ਕਿਸਮ ਅਤੇ ਉਸਦਾ ਵੇਰਵਾ। ਲੂਪ ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਇਸ ਵਿੱਚ ਲੂਪ 5 ਤਰ੍ਹਾਂ ਦਾ ਹੁੰਦਾ ਹੈ। ਫਸਟ ਕੀ ਹੈ, ਫੋਰ ਲੂਪ। ਸੈਕਿੰਡ, ਫੋਰ ਈਚ ਲੂਪ। ਥਰਡ, ਵਾਈਲ ਵੈਨ ਲੂਪ। ਫੋਰਥ ਨੰਬਰ 'ਤੇ ਕੀ ਹੈ, ਡੂ ਵਾਈਲ ਲੂਪ। ਅਤੇ ਲਾਸਟ ਕੀ ਹੁੰਦਾ ਹੈ, ਡੂ ਅੰਟਿਲ ਲੂਪਸ। ਫਸਟ ਗੱਲ ਕਰਦੇ ਹਾਂ ਫੋਰ ਲੂਪ ਬਾਰੇ। ਫੋਰ ਲੂਪ ਦੇ ਵਿੱਚ ਕੀ ਹੈ, ਕਈ ਵਾਰ ਬਿਆਨਾਂ ਦਾ ਜੋ ਕ੍ਰਮ ਲਾਗੂ ਕਰਦਾ ਹੈ ਅਤੇ ਕੋਡ ਨੂੰ ਸੰਖੇਪ ਕਰਦਾ ਹੈ, ਜੋ ਲੂਪ ਵੈਰੀਏਬਲ ਦਾ ਪ੍ਰਬੰਧਨ ਕਰਦਾ ਹੈ। ਸੈਕਿੰਡ ਆ ਜਾਂਦਾ ਹੈ ਫੋਰ ਈਚ ਲੂਪ। ਫੋਰ ਈਚ ਲੂਪ ਇਹ ਚਲਾਇਆ ਜਾਂਦਾ ਹੈ ਜੇ ਸਮੂਹ ਵਿੱਚ ਘੱਟੋ ਘੱਟ ਇੱਕ ਤੱਤ ਹੋਵੇ ਅਤੇ ਸਮੂਹ ਵਿੱਚ ਹਰੇਕ ਤੱਤ ਲਈ ਦੁਹਰਾਇਆ ਜਾਵੇ। ਥਰਡ ਨੰਬਰ 'ਤੇ ਆ ਜਾਂਦਾ ਹੈ ਵਾਈਲ ਵੈਨ ਲੂਪ। ਇਹ ਲੂਪ ਬਾਡੀ ਨੂੰ ਚਲਾਉਣ ਤੋਂ ਪਹਿਲਾਂ ਸਥਿਤੀ ਦੀ ਜੋ ਕੰਡੀਸ਼ਨ ਹੁੰਦੀ ਹੈ ਉਸ ਦੀ ਜਾਂਚ ਕਰਦਾ ਹੈ। ਨੈਕਸਟ ਆ ਜਾਂਦਾ ਹੈ ਡੂ ਵਾਈਲ ਲੂਪਸ। ਕਰੋ ਜਦ ਤੱਕ ਕਿ ਸਟੇਟਮੈਂਟ ਐਗਜ਼ੀਕਿਊਟ ਕੀਤੇ ਜਾਣਗੇ ਜਿੰਨੀ ਦੇਰ ਕੰਡੀਸ਼ਨ ਸਹੀ ਹੈ। ਡੂ ਵਾਈਲ ਦੇ ਵਿੱਚ ਜਿੰਨਾ ਚਿਰ ਕੰਡੀਸ਼ਨ ਸਹੀ ਆ ਉਨਾ ਚਿਰ ਸਟੇਟਮੈਂਟ ਕੀ ਹੈ, ਐਗਜ਼ੀਕਿਊਟ ਕੀਤੇ ਜਾਣਗੇ। ਲਾਸਟ ਆ ਜਾਂਦਾ ਡੂ ਅੰਟਿਲ ਲੂਪਸ। ਡੂ ਅੰਟਿਲ ਸਟੇਟਮੈਂਟ ਉਦੋਂ ਤੱਕ ਚਲਾਇਆ ਜਾਵੇਗਾ ਜਦੋਂ ਤੱਕ ਕੰਡੀਸ਼ਨ ਗਲਤ ਹੈ। ਹੁਣ ਆ ਜਾਂਦਾ ਲੂਪ ਕੰਟਰੋਲ ਸਟੇਟਮੈਂਟਸ। ਲੂਪ ਕੰਟਰੋਲ ਸਟੇਟਮੈਂਟਸ ਇਸ ਦੇ ਸਧਾਰਨ ਤਰਤੀਬ ਤੋਂ ਐਗਜ਼ੀਕਿਊਸ਼ਨਸ ਨੂੰ ਬਦਲਦੀਆਂ ਹਨ। ਜਦੋਂ ਐਗਜ਼ੀਕਿਊਸ਼ਨ ਇੱਕ ਗੁੰਜਾਇਸ਼ ਛੱਡ ਜਾਂਦੀ ਹੈ, ਲੂਪ ਵਿਚਲੇ ਬਾਕੀ ਸਾਰੇ ਸਟੇਟਮੈਂਟ ਐਗਜ਼ੀਕਿਊਟ ਨਹੀਂ ਕੀਤੇ ਜਾਂਦੇ। BVA ਹੇਠ ਦਿੱਤੇ ਨਿਯੰਤਰ ਬਿਆਨਾਂ ਦਾ ਸਮਰਥਨ ਕਰਦਾ ਹੈ। ਉਹਨਾਂ ਦੇ ਵੇਰਵਿਆਂ ਦੀ ਜਾਂਚ ਕਰਨ ਦੇ ਲਈ ਹੇਠ ਲਿਖੇ ਦਿੱਤੇ ਲਿੰਕ 'ਤੇ ਕਲਿੱਕ ਕਰੋ। ਫਸਟ ਕੀ ਹੈ, ਐਗਜ਼ਿਟ ਫੋਰ ਸਟੇਟਮੈਂਟ, ਅਤੇ ਸੈਕਿੰਡ ਆ ਜਾਂਦਾ ਐਗਜ਼ਿਟ ਡੂ ਸਟੇਟਮੈਂਟ। ਫਸਟ ਕੀ ਹੈ, ਐਗਜ਼ਿਟ ਫੋਰ ਸਟੇਟਮੈਂਟਸ। ਲੂਪ ਸਟੇਟਮੈਂਟਸ ਨੂੰ ਬੰਦ ਕਰਦਾ ਅਤੇ ਲੂਪ ਤੋਂ ਤੁਰੰਤ ਬਾਅਦ ਐਗਜ਼ੀਕਿਊਸ਼ਨ ਨੂੰ ਸਟੇਟਮੈਂਟ ਵਿੱਚ ਤਬਦੀਲ ਕਰ ਦਿੰਦਾ। ਸੈਕਿੰਡ ਕੀ ਹੈ, ਐਗਜ਼ਿਟ ਡੂ ਸਟੇਟਮੈਂਟ। ਇਸ ਵਿੱਚ ਕੀ ਹੈ, ਬੰਦ ਜਦ ਕਿ ਬਿਆਨ ਅਤੇ ਬਿਆਨ
ਕਰਨ ਦਾ ਚੱਲਣ, ਤਬਦੀਲ, ਤੁਰੰਤ ਲੂਪ। ਸੋ ਸਟੂਡੈਂਟਸ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੂਪ ਬਾਰੇ, BBA ਵਿੱਚ ਜੋ ਲੂਪ ਯੂਜ਼ ਹੁੰਦੇ ਆ ਅਤੇ ਕੰਡੀਸ਼ਨਲ ਸਟੇਟਮੈਂਟ ਬਾਰੇ ਲਰਨ ਕੀਤਾ। ਸੋ ਥੈਂਕ ਯੂ ਫॉर ਵਾਚਿੰਗ।